ਤੀਜੇ ਸੈਗਮੈਂਟ ਦੇ ਵਿੱਚ ਵੱਖ-ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਹਰਨੇਕ ਮਠਾੜੂ ਜੀ। ਜੀ ਹਰਨੇਕ ਮਠਾੜੂ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ। Thank you, Vasota Saab. Good to be with you. Thank you, Ji. ਜੀ ਹਰਨੇਕ ਜੀ, ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫੇਅਰ ਡੀਲ ਪੈਨਲ ਰਿਪੋਰਟ ਦੀ। ਕੱਲ੍ਹ ਅਸਲ 'ਚ ਜੇਸਨ ਕੈਨੀ ਨੇ ਇਹ ਫੇਅਰ ਡੀਲ ਪੈਨਲ ਦੀ ਰਿਪੋਰਟ ਹੈ, ਇਸ ਨੂੰ ਜਨਤਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਇਸ ਦੇ ਵਿੱਚ ਕਿਹੜੀਆਂ ਸਿਫਾਰਸ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਉਹ ਗੱਲ ਕਰੀਏ, ਮੈਨੂੰ ਇਹ ਦੱਸੋ ਜਿਹੜਾ ਫੇਅਰ ਡੀਲ ਪੈਨਲ ਹੈ ਇਸ ਦੀ ਲੋੜ ਕਿਉਂ ਪਈ ਅਤੇ ਇਸ ਦੇ ਵਿੱਚ ਕੀ ਆਊਟਕਮ ਆ ਰਿਹਾ ਜੀ, ਇਹ ਹੈ ਕੀ ਹੈ? ਠੀਕ ਹੈ, ਥੈਂਕ ਯੂ ਵਸੋਤਾ ਸਾਹਿਬ। ਇਹ ਜੀ ਕੀ ਚੱਕਰ ਹੈ ਨਾ ਵੀ ਜਦੋਂ ਤੁਹਾਨੂੰ ਯਾਦ ਹੋਣਾ ਵੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਅਲਬਰਟਾ ਦੀਆਂ ਜਦੋਂ ਇਲੈਕਸ਼ਨਾਂ ਹੋਈਆਂ, ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਲੀਡਰਸ਼ਿਪ ਦੀਆਂ ਚੋਣਾਂ ਹੋਈਆਂ ਤਾਂ ਉਦੋਂ ਇਲੈਕਸ਼ਨ ਦੇ ਦੌਰਾਨ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਗਿਆ ਸੀ ਜਿਹਦੇ ਵਿੱਚ ਜੇਸਨ ਕੈਨੀ ਹੋਰਾਂ ਨੇ ਇਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਫੈਡਰਲ ਗੌਰਮੈਂਟ ਦੇ ਵੱਲੋਂ ਅਲਬਰਟਾ ਦੀ ਪੂਰੀ ਪ੍ਰੋਪਰ ਸਪੋਰਟ ਨਹੀਂ ਹੋ ਰਹੀ। ਹਾਲਾਂਕਿ ਅਲਬਰਟਾ ਜਿਹੜਾ ਹੈਗਾ ਪਿਛਲੇ 40-45 ਸਾਲਾਂ ਤੋਂ ਇਕੁਅਲਾਈਜੇਸ਼ਨ ਪ੍ਰੋਗਰਾਮ ਦੇ ਰਾਹੀਂ $1 ਬਿਲੀਅਨ ਸੈਂਟਰ ਗੌਰਮੈਂਟ ਨੂੰ ਦਿੰਦਾ, ਦੂਜੇ ਸੂਬਿਆਂ ਦੀ ਮਦਦ ਕਰਦਾ ਹੈਗਾ। ਪਰ ਆਪਣੀ ਫੈਡਰਲ ਗੌਰਮੈਂਟ ਤੇ ਦੂਜੇ ਸੂਬੇ ਜਿਹੜੇ ਹੈਗੇ, ਖਾਸ ਕਰਕੇ ਫੈਡਰਲ ਗੌਰਮੈਂਟ, ਇਹ ਅਲਬਰਟਾ ਵੱਲ ਧਿਆਨ ਨਹੀਂ ਦੇ ਰਹੀ। ਅਲਬਰਟਾ ਦੇ ਨੂੰ ਜਿਹੜੀ ਲੋੜ ਪੈਂਦੀ ਹੈਗੀ, ਜਿਸ ਤਰ੍ਹਾਂ ਅਲਬਰਟਾ ਦੀਆਂ ਪਾਈਪਲਾਈਨਾਂ ਸੀ ਉਹਨਾਂ ਦੇ ਅਪਰੂਵਲਾਂ ਨੂੰ ਦੇਰੀ ਹੋਈ ਸੀ, ਹੋਰ ਕਈ ਤਰ੍ਹਾਂ ਦੇ ਮਸਲੇ ਸੀ ਇੱਦਾਂ, ਜਿਸ ਕਰਕੇ ਇਹਨਾਂ ਨੂੰ ਜੇਸਨ ਕੈਨੀ ਹੋਰਾਂ ਨੂੰ ਇੱਦਾਂ ਲੱਗਦਾ ਸੀ ਵੀ ਫੈਡਰਲ ਗੌਰਮੈਂਟ ਨੇ ਸਾਡੀ ਅਲਬਰਟਾ ਦੀ ਮਦਦ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਹੈ। ਇਸ ਕਰਕੇ ਸਾਨੂੰ ਗੌਰਮੈਂਟ ਦੇ ਕੋਲ ਉਸ ਤਰ੍ਹਾਂ ਪਹੁੰਚ ਕਰਨੀ ਪਏਗੀ ਵੀ ਜਿਹਦੇ ਰਾਹੀਂ ਗੌਰਮੈਂਟ ਫਿਰ ਸਾਨੂੰ ਜਵਾਬ ਨਹੀਂ ਦੇ ਸਕੇਗੀ, ਆਪਣੇ ਮਸਲੇ ਉਸ ਤਰੀਕੇ ਨਾਲ ਚੁੱਕਣੇ ਪੈਣਗੇ। ਤੇ ਉਹਦੇ ਲਈ ਉਹਨਾਂ ਨੇ ਫਿਰ ਜਦੋਂ ਇਲੈਕਸ਼ਨਾਂ ਦੇ ਵਿੱਚ ਤਾਂ ਇਹ ਪ੍ਰੋਮਿਸ ਕਰ ਦਿੱਤੇ, ਸਟੇਟਮੈਂਟਾਂ ਦੇ ਦਿੱਤੀਆਂ ਇਲੈਕਸ਼ਨ ਤੋਂ ਪਹਿਲਾਂ ਕੈਂਪੇਨ ਦੇ ਵਿੱਚ, ਫਿਰ ਉਹ ਜਿੱਤ ਗਏ। ਹੁਣ ਜਿੱਤਣ ਤੋਂ ਬਾਅਦ ਨੈਚੁਰਲੀ ਤੁਹਾਨੂੰ ਪਤਾ ਹੈਗਾ ਵੀ ਉਹ ਫਿਰ ਗੌਰਮੈਂਟ ਦੀ ਜ਼ਿੰਮੇਵਾਰੀ ਬਣ ਜਾਂਦੀ ਵੀ ਜਿਹੜੇ ਉਹਨਾਂ ਆਪਣੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਦੇ ਉੱਤੇ ਫਿਰ ਆਪਣਾ ਐਕਸ਼ਨ ਕਾਰਵਾਈ ਕਰਨ। ਉਹ ਕਾਰਵਾਈ ਜਿਹੜੀ ਕਰਨੀ ਪੈਂਦੀ ਹੈਗੀ ਤਾਂ ਉਹ ਕਾਰਵਾਈ ਪੂਰੀ ਕਰਨ ਦੇ ਲਈ ਦੇਖੋ ਇਹਨਾਂ ਨੇ ਹੁਣ ਇਹ ਫੇਅਰ ਡੀਲ ਦਾ ਮਤਲਬ ਹੈ ਵੀ ਬਹੁਤ ਸਾਰੇ ਪ੍ਰੋਗਰਾਮ ਆਪਣੇ ਫੈਡਰਲ ਗੌਰਮੈਂਟ ਦੇ ਤੇ ਆਪਣੀ ਪ੍ਰੋਵਿੰਸ਼ੀਅਲ ਗੌਰਮੈਂਟਾਂ ਦੇ ਜਿਹੜੇ ਸਾਂਝੇ ਪ੍ਰੋਗਰਾਮ ਹੁੰਦੇ, ਦੋਵੇਂ ਗੌਰਮੈਂਟਾਂ ਉਹਦੇ ਵਿੱਚ ਆਪਣਾ ਰੋਲ ਅਦਾ ਕਰਦੀਆਂ। ਫਿਰ ਉਹ ਜਿਹੜੇ ਪ੍ਰੋਗਰਾਮ ਹੈ, ਕਿਹੜੇ ਪ੍ਰੋਗਰਾਮ ਦੇ ਵਿੱਚ ਕਮੀ ਪੇਸ਼ੀ ਹੈ, ਉਹਨਾਂ ਪ੍ਰੋਗਰਾਮਾਂ ਨੂੰ ਉਲੀਕਣ ਦੇ ਲਈ ਉਹ ਕਮੀ ਪੇਸ਼ੀਆਂ ਦਾ ਪਤਾ ਕਰਨਾ ਪੈਂਦਾ ਹੈਗਾ ਤੁਹਾਨੂੰ ਵੀ ਕਿੱਥੇ ਸਾਨੂੰ ਇਹਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਸੋ ਇਸ ਕਰਕੇ ਇਹ ਜਿਹੜਾ ਫੇਅਰ ਡੀਲ ਪੈਨਲ ਇਹਦਾ ਨਾਂ ਹੀ ਇਹ ਹੈਗਾ ਵੀ ਤਾਂ ਕਿ ਅਸੀਂ ਫੈਡਰਲ ਗੌਰਮੈਂਟ ਤੋਂ ਇੱਕ ਫੇਅਰ ਡੀਲ ਲੈ ਸਕੀਏ, ਵੀ ਤਾਂ ਕਿ ਦੋਹੇ ਧਿਰਾਂ ਨੂੰ ਫਾਇਦਾ ਹੋਵੇ, ਵੀ ਸਾਨੂੰ ਵੀ ਇੱਦਾਂ ਨਾ ਲੱਗਿਆ ਵੀ ਸਾਨੂੰ ਪਿੱਛੇ ਛੱਡਿਆ ਜਾ ਰਿਹਾ ਹੈਗਾ। ਉਸ ਕਰਕੇ ਇਹ ਪੈਨਲ ਸੰਗਠਨ ਕੀਤਾ ਜੇਸਨ ਕੈਨੀ ਹੋਰਾਂ ਦੀ ਗੌਰਮੈਂਟ ਨੇ, ਤੇ ਇਹ ਨਵੰਬਰ 15 ਨੂੰ ਪਿਛਲੇ ਸਾਲ ਇਸ ਪੈਨਲ ਦੀ ਅਨਾਉਂਸਮੈਂਟ ਕਰ ਦਿੱਤੀ। ਇਸ ਪੈਨਲ ਦੇ ਵਿੱਚ 9 ਮੈਂਬਰ ਹੈ, ਜਿਨ੍ਹਾਂ ਦੇ ਵਿੱਚ ਪੋਲੀਟੀਸ਼ੀਅਨ ਵੀ ਹੈ, ਜਿਨ੍ਹਾਂ ਦੇ ਵਿੱਚ ਐਕਸਪਰਟ ਵਿਦਵਾਨ ਲੋਕ ਵੀ ਹੈ, ਜਿਨ੍ਹਾਂ ਦੇ ਵਿੱਚ MLA ਵੀ ਆਪਣੇ 3-4 ਅਲਬਰਟਾ ਦੀ ਗੌਰਮੈਂਟ ਤੋਂ। ਇਹ 9 ਮੈਂਬਰੀ ਪੈਨਲ ਸੀ। ਇਹ ਪੈਨਲ ਨੂੰ ਤਕਰੀਬਨ 4-4.5 ਮਹੀਨਿਆਂ ਦਾ ਟਾਈਮ ਦਿੱਤਾ ਸੀ ਵੀ ਇਹ ਨਵੰਬਰ 15 ਤੋਂ ਆਪਣੀ ਕਾਰਵਾਈ ਸ਼ੁਰੂ ਕਰਨ। ਸਾਰੇ ਸੂਬੇ ਦੇ ਵਿੱਚ ਅਲੱਗ-ਅਲੱਗ ਕਮਿਊਨਿਟੀਆਂ ਦੇ ਵਿੱਚ ਜਾ ਕੇ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ, ਜਿਸ ਤਰ੍ਹਾਂ ਇਹ ਪਬਲਿਕ ਕਾਨਫਰੰਸ ਕਰੀ ਦੀ ਹੈਗੀ ਉਸ ਤਰ੍ਹਾਂ ਦੀ ਮਤਲਬ ਪਬਲਿਕ ਕਾਨਫਰੰਸਾਂ ਕਰਨ, ਲੋਕਾਂ ਦੇ ਨਾਲ ਸਲਾਹ ਮਸ਼ਵਰੇ ਕਰਨ, ਉਹਨਾਂ ਤੋਂ ਪੁੱਛਣ ਵੀ ਕਿਆ ਇਹਨਾਂ ਮਸਲਿਆਂ ਦੇ ਉੱਤੇ ਪ੍ਰੋਬਲਮ ਆਏਗੀਆਂ। ਤੇ ਇਹ ਰਿਪੋਰਟ ਜਿਹੜੀ ਹੈ 4.5 ਮਹੀਨੇ ਦੀ ਕਾਰਵਾਈ ਤੋਂ ਬਾਅਦ ਮਾਰਚ 31 ਨੂੰ ਤਿਆਰ ਹੋ ਕੇ ਗੌਰਮੈਂਟ ਦੇ ਕੋਲ ਪਹੁੰਚ ਗਈ ਸੀ। ਗੌਰਮੈਂਟ ਦੇ ਕੋਲ ਪਹੁੰਚਣ ਤੋਂ ਬਾਅਦ ਉਹਨਾਂ ਨੇ ਹੁਣ COVID-19 ਕਰਕੇ ਉਦੋਂ ਇਸ਼ੂ ਨਹੀਂ ਸੀ ਕੀਤੀ, ਹੁਣ ਇਸ਼ੂ ਕੀਤੀ ਰਿਪੋਰਟ ਜੀ। ਇਹ ਰਿਪੋਰਟ ਕੱਲ੍ਹ ਜਨਤਕ ਕੀਤੀ ਹੈ। 68 ਸਫ਼ਿਆਂ ਦੀ ਇਸ ਰਿਪੋਰਟ ਦੇ ਵਿੱਚ ਤਕਰੀਬਨ 25 ਸਿਫਾਰਸ਼ਾਂ ਕੀਤੀਆਂ ਗਈਆਂ ਨੇ, 25 ਰਿਕਮੈਂਡੇਸ਼ਨਸ ਕੀਤੀਆਂ ਗਈਆਂ ਨੇ। ਹੁਣ ਮੈਂ ਚਾਹਾਂਗਾ ਮੁੱਖ ਤੌਰ 'ਤੇ ਜੋ ਸਿਫਾਰਸ਼ਾਂ ਨੇ ਉਹਨਾਂ ਨੂੰ ਵਾਰੀ ਲੈ ਕੇ ਗੱਲਬਾਤ ਕਰੀਏ। ਖਾਸ ਕਰਕੇ ਜਿਹੜਾ ਇਕੁਅਲਾਈਜੇਸ਼ਨ ਆਫ ਪੇਮੈਂਟਸ ਦੀ ਗੱਲ ਕੀਤੀ ਹੈਗੀ, ਉਹ ਕੀ ਹੈ ਜੀ? ਹਾਂਜੀ, ਥੈਂਕ ਯੂ ਵਸੋਤਾ ਸਾਹਿਬ। ਇਹ ਜੀ ਆਪਣੀਆਂ 25 ਰੈਕਮੈਂਡੇਸ਼ਨਾਂ ਜਿਹੜੀਆਂ ਕੀਤੀਆਂ ਹੈਗੀਆਂ ਉਸ ਪੈਨਲ ਨੇ, ਉਹਨਾਂ ਵਿੱਚੋਂ ਵੱਡੀ ਰੈਕਮੈਂਡੇਸ਼ਨ ਇੱਕ ਇਹ ਹੈਗੀ ਵੀ ਜਿਹੜੀ ਇਕੁਅਲਾਈਜੇਸ਼ਨ ਆਫ ਪੇਮੈਂਟ ਕੀ ਹੈ ਨਾ, ਇਹ ਇਕੁਅਲਾਈਜੇਸ਼ਨ ਪ੍ਰੋਗਰਾਮ ਹੈਗਾ। ਇਹਦਾ ਮਤਲਬ ਇਹ ਹੈਗਾ ਵੀ ਜੇ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ, ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਇੱਕ ਸੂਬਾ ਗਰੀਬ ਰਹਿ ਜਾਵੇ, ਇੱਕ ਪਰਿਵਾਰ ਗਰੀਬ ਰਹਿ ਜਾਏ, ਤਾਂ ਉਹਦੀ ਮਦਦ ਕਰਨ ਦੇ ਲਈ ਦੂਜੇ ਭਾਈਚਾਰੇ ਨੂੰ, ਭਾਈਆਂ ਨੂੰ ਰਲ ਕੇ ਆਉਣਾ ਪੈਂਦਾ ਮਦਦ ਕਰਨ ਦੇ ਲਈ। ਤੇ ਹੁਣ ਕੀ ਹੈਗਾ ਵੀ ਆਪਣੇ ਅਲਬਰਟਾ ਸੂਬੇ ਦੇ ਵਿੱਚ ਆਇਲ ਨਿਕਲਦਾ ਹੈਗਾ। ਇੱਥੇ ਆਇਲ ਵੱਡੀ ਮਾਤਰਾ ਦੇ ਵਿੱਚ, ਤੇਲ, ਪੈਟਰੋਲ, ਡੀਜ਼ਲ, ਪ੍ਰੋਪੇਨ, ਇਹ ਸਾਰੇ ਨੈਚੁਰਲ ਰਿਸੋਰਸਿਸ ਇਹ ਨਿਕਲਦੇ ਹੈਗੇ। ਇਹ ਨਿਕਲਣ ਕਰਕੇ ਇਹਨਾਂ ਦੇ ਵਿੱਚੋਂ ਵੱਡੀ ਆਮਦਨ ਹੁੰਦੀ ਹੈ। ਵੱਡੀ ਆਮਦਨ ਹੁੰਦੀ ਹੈਗੀ, ਉਹ ਆਮਦਨ ਫਿਰ ਉਹਦੇ ਵਿੱਚੋਂ ਇੱਕ ਹਿੱਸਾ
ਮਤਲਬ ਫੈਡਰਲ ਗਵਰਨਮੈਂਟ ਨੂੰ ਜਾਂਦਾ ਵੀ ਤਾਂ ਕਿ ਉਹ ਦੂਜੇ ਸੂਬਿਆਂ ਦੀ ਮਦਦ ਕਰ ਸਕਣ, ਜਿਨ੍ਹਾਂ ਦੀ ਇਕੋਨਮੀ ਉਨੀ ਸਹੀ ਨਹੀਂ ਹੈ, ਜਿਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਇਸ ਕਰਕੇ ਇਹਨੂੰ ਇਕੁਅਲਾਈਜੇਸ਼ਨ ਪ੍ਰੋਗਰਾਮ ਕਹਿ ਦਿੰਦੇ। ਤਾਂ ਹੂੰ, ਉਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ ਜਦੋਂ ਇੰਨੀ ਮਦਦ ਕੀਤੀ ਹੈਗੀ ਕੈਨੇਡਾ ਦੀ ਪਿਛਲੇ 40 ਸਾਲ ਤੋਂ, ਤਾਂ ਕੈਨੇਡਾ ਸਾਡੀ ਮਦਦ ਕਿਉਂ ਨਹੀਂ ਕਰ ਰਿਹਾ? ਹੁਣ ਸਾਡੀ ਆਪਣੀ ਇਕੋਨਮੀ ਪਿਛਲੇ 6 ਸਾਲ ਤੋਂ ਇੰਨੀ ਡਾਊਨ ਆਈ ਹੈ, ਕੋਵਿਡ-19 ਨੇ ਤਾਂ ਹੋਰ ਵੀ ਮਾਰ ਪਾ ਦਿੱਤੀ। ਪਰ ਮਤਲਬ ਵੀ ਸਾਨੂੰ ਹੁਣ ਇਕੁਅਲਾਈਜੇਸ਼ਨ ਦੀ ਲੋੜ ਹੈ। ਉਹਦੇ ਵਿੱਚ ਇਹਨਾਂ ਨੇ $2.4 ਬਿਲੀਅਨ ਦੀ ਮੰਗ ਕੀਤੀ ਹੈਗੀ ਵੀ ਇੱਕ ਤਾਂ ਚਲੋ ਇਕੁਅਲਾਈਜੇਸ਼ਨ ਪ੍ਰੋਗਰਾਮ ਹੈ, ਉਹਦਾ ਵੀ ਹੂੰ। ਰਿਵਿਊ ਕਰਾਂਗੇ ਅਸੀਂ ਵੀ ਪ੍ਰੋਪਰ ਤਰੀਕੇ ਨਾਲ ਜਿੱਦਾਂ ਉਹ ਚੱਲਣਾ ਚਾਹੀਦਾ ਉਹ ਹੋ ਰਿਹਾ, ਉਹਦਾ ਆਬਜੈਕਟਿਵ ਜਿਹੜਾ ਪੂਰਾ ਹੁੰਦਾ ਜਾਂ ਨਹੀਂ, ਵੀ ਕਿਆ ਉਹ ਜਿਹੜਾ ਸਾਡਾ $2.4 ਬਿਲੀਅਨ ਸਾਨੂੰ ਆਉਣਾ ਚਾਹੀਦਾ ਉਹ ਵੀ ਸਾਨੂੰ ਮਿਲਣਾ ਚਾਹੀਦਾ। ਇੱਕ ਤੇ ਇਹ ਰეკਮੈਂਡੇਸ਼ਨ ਹੈ। ਜੀ, ਤੇ ਇਸ ਨੂੰ ਲੈ ਕੇ ਉਹ ਰੈਫਰੈਂਡਮ ਦੀ ਗੱਲ ਕਰ ਰਹੇ ਨੇ, ਕਹਿੰਦੇ ਰੈਫਰੈਂਡਮ ਕਰਾਉਣਗੇ, ਉਹ ਕੀ ਮਾਮਲਾ? ਬਿਲਕੁਲ, ਬਿਲਕੁਲ ਰੈਫਰੈਂਡਮ ਏਦਾਂ ਹੈਗਾ ਵੀ ਕਿਉਂਕਿ ਇਸ ਤਰ੍ਹਾਂ ਹੈਗਾ ਵੀ ਇਹ ਕੋਈ ਮਸਲਾ ਏਦਾਂ ਨਹੀਂ ਹੈਗਾ ਵੀ ਜੇਸਨ ਕੈਨੀ ਹੋਰਾਂ ਦੀ ਗਵਰਨਮੈਂਟ ਨੇ ਆਪਣੇ ਵੱਲੋਂ ਕਹਿ ਦਿੱਤਾ ਵੀ ਜੀ ਅਸੀਂ ਚਾਹੁੰਦੇ ਵੀ ਇਕੁਅਲਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਇਹ ਚੇਂਜਸ ਹੋਣ ਜਾਂ ਅਸੀਂ ਉਹਦੇ ਵਿੱਚੋਂ ਨਿਕਲਣਾ ਚਾਹੁੰਦੇ। ਪਹਿਲਾਂ ਇਹ ਆਪਣੇ ਲੋਕਾਂ ਦੀ ਸਲਾਹ ਲੈਣੀ ਪਏਗੀ। ਹੂੰ, ਲੋਕਾਂ ਦੀ ਸਲਾਹ ਲੈਣੀ ਪਏਗੀ, ਲੋਕਾਂ ਤੋਂ ਰੈਫਰੈਂਡਮ ਕਰਾਉਣਾ ਪਏਗਾ ਆਪਣੇ ਸੂਬੇ ਦੇ ਵਿੱਚ ਵੀ ਲੋਕ ਕੀ ਚਾਹੁੰਦੇ ਹੈਗੇ। ਹੁਣ ਸਵਾਲ ਇਹ ਹੈਗਾ ਵੀ ਲੋਕ ਤਾਂ ਜਦੋਂ ਲੋਕਾਂ ਦੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਜਦੋਂ ਇਲੈਕਸ਼ਨ ਕੈਂਪੇਨ ਦੇ ਦੌਰਾਨ ਜੇਸਨ ਕੈਨੀ ਹੋਰਾਂ ਨੇ ਇਹ ਲੋਕਾਂ ਨੂੰ ਕਾਫੀ ਉੱਦਾਂ ਦੇ ਮੈਂਟਲੀ ਪ੍ਰੀਪੇਅਰ ਕਰ ਦਿੱਤਾ ਸੀ ਵੀ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈਗੀ, ਫੈਡਰਲ ਗਵਰਨਮੈਂਟ ਸਾਡੀ ਮਦਦ ਨਹੀਂ ਕਰਦੀ। ਉਹ ਤਕਰੀਬਨ 70% ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਵੜ ਗਈ ਸੀ ਵੀ ਹਾਂ ਵਾਕਿਆ ਹੀ ਕਿਤੇ ਨਾ ਕਿਤੇ ਅਲਬਰਟਾ ਜੀ। ਦੇ ਨਾਲ ਫੇਰ ਨਹੀਂ ਹੈ ਗਵਰਨਮੈਂਟ। ਜੀ, ਹੁਣ ਅਗਲੀ ਇੱਕ ਦੋ ਸਿਫਾਰਸ਼ਾਂ ਬਾਰੇ ਹੋਰ ਵਿਚਾਰ ਚਰਚਾ ਕਰਾਂਗੇ। ਹੁਣ ਗੱਲ ਕਰਦੇ ਹਾਂ RCMP ਦੀ। ਹੁਣ ਹਾਂਜੀ, ਜੇਸਨ ਕੈਨੀ ਦਾ ਕਹਿਣਾ ਕਿ ਇਸ ਪੈਨਲ ਜੋ ਸਿਫਾਰਿਸ਼ ਕੀਤੀ ਗਈ ਹੈ, RCMP ਦੀ ਥਾਂ ਅਲਬਰਟਾ ਪੁਲਿਸ ਦੀ ਸਥਾਪਨਾ ਕੀਤੀ ਜਾਵੇ। ਤੁਹਾਨੂੰ ਯਾਦ ਹੋਏਗਾ ਜਦੋਂ ਇਲੈਕਸ਼ਨ ਹੋ ਰਿਹਾ ਸੀਗਾ, ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਕ੍ਰਾਈਮ ਦਾ ਮੁੱਦਾ ਉਠਾਇਆ ਸੀ ਕਿ ਅਲਬਰਟਾ ਦੇ ਰੂਰਲ ਏਰੀਆ 'ਚ ਕ੍ਰਾਈਮ ਬਹੁਤ ਹੋ ਰਿਹਾ ਹੈ, RCMP ਦੇ ਕਾਬੂ ਨਹੀਂ ਆ ਰਿਹਾ। ਉਦੋਂ ਤੋਂ ਗੱਲ ਚੱਲੀ ਹੈ ਅਤੇ ਫਿਰ ਹੁਣ ਜੋ ਇਹ RCMP ਨੂੰ ਖ਼ਤਮ ਕਰਕੇ ਹੁਣ ਉਸ ਦੀ ਜਗ੍ਹਾ ਜੋ ਅਲਬਰਟਾ ਪੁਲਿਸ ਸਥਾਪਿਤ ਕਰਨਾ ਚਾਹੁੰਦੇ ਨੇ, ਇਸ ਬਾਰੇ ਦੱਸੋ ਕਿ ਇਸ ਦੇ ਅਗਰ ਪਹਿਲੀ ਗੱਲ ਤਾਂ ਇਹ ਹੈ ਕਿ RCMP ਫੈਡਰਲ ਦੇ ਅਧੀਨ ਹੈ, ਕੀ ਇਹ ਜੋ ਸਿਫਾਰਿਸ਼ ਕੀਤੀ ਗਈ ਹੈ ਇਸ ਨੂੰ ਇੰਪਲੀਮੈਂਟ ਕਰਨ ਦੇ ਲਈ ਕੋਈ ਇਹ ਆਸਾਨੀ ਨਾਲ ਸੋਲਵ ਹੋਣ ਵਾਲਾ ਮਾਮਲਾ ਹੈ? ਦੇਖੋ ਇਹ ਜਿਹੜੀਆਂ ਚੀਜ਼ਾਂ ਜਿਸ ਤਰ੍ਹਾਂ ਆਪਣੀ ਪੁਲਿਸ ਦਾ ਮਹਿਕਮਾ ਹੈਗਾ ਜਿਹੜਾ, ਬੇਸ਼ੱਕ ਇਹ ਬਹੁਤ ਸਾਰੇ ਦੇਸ਼ ਦੇ ਹਿੱਸਿਆਂ ਦੇ ਵਿੱਚ RCMP ਹੀ ਕੰਮ ਕਰ ਰਹੀ ਹੈ, ਹੂੰ, ਪਰ ਦੋ ਸੂਬੇ ਹੈਗੇ ਜਿਸ ਤਰ੍ਹਾਂ ਆਪਣਾ ਕੁਬੈਕ ਹੋਇਆ ਤੇ ਇੱਕ ਆਪਣਾ ਓਨਟਾਰੀਓ ਹੋਇਆ, ਉਹਨਾਂ ਦੀਆਂ ਆਪਣੀ ਪੁਲਿਸ ਵੀ ਹੈ। ਹੂੰ, ਉਹਨਾਂ ਦੀ ਓਨਟਾਰੀਓ ਪੁਲਿਸ ਡਿਪਾਰਟਮੈਂਟ ਵੀ ਹੈ, ਕੁਬੈਕ ਪੁਲਿਸ ਵੀ ਹੈ। ਐਸੇ ਤਰ੍ਹਾਂ ਇਹਨਾਂ ਨੇ ਵੀ ਇਹ ਇੱਕ ਤਰ੍ਹਾਂ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਉਣ ਦਾ ਤਰੀਕਾ ਹੈਗਾ ਵੀ ਤੁਸੀਂ ਸਾਡੀ ਗੱਲ ਸੁਣਨੀ ਸ਼ੁਰੂ ਕਰੋ, ਸਾਡੀ ਮੰਗ ਪੂਰੀਆਂ ਕਰਨੀਆਂ ਸ਼ੁਰੂ ਕਰੋ, ਨਹੀਂ ਤਾਂ ਸਾਡੀ ਇਹ ਮੰਗ ਹੈ ਵੀ ਅਸੀਂ ਆਪਣੀ ਪੁਲਿਸ ਵੀ ਜਿਹੜੀ ਕਿ ਅਲਬਰਟਾ ਪੁਲਿਸ ਫੋਰਸ ਹੈ ਉਹ ਬਣਾ ਜੀ, ਲੈਣੀ। ਤੇ ਜੀ, ਇਹਦੀ ਕੀ ਲੋੜ ਹੈ, ਕੀ ਉਹਦਾ ਫਰਕ ਪਏਗਾ? ਉਹ ਕੋਈ ਬਹੁਤਾ ਫਰਕ ਨਹੀਂ ਪੈਣਾ। ਲਾ ਇਜ਼ ਲਾ, ਪੁਲਿਸ ਦੀ ਜ਼ਿੰਮੇਵਾਰੀ ਪੁਲਿਸ ਦੀ ਜ਼ਿੰਮੇਵਾਰੀ ਜੀ। ਹੈ। ਤੇ ਪੈਨਸ਼ਨ ਦੀ ਗੱਲ ਕਰਦੇ ਹਾਂ। ਹੁਣ ਪੈਨਸ਼ਨ ਹੈ ਜੋ CPP ਦੀ ਗੱਲ ਕਰੀਏ, ਉਹ ਹੁਣ ਹਾਂਜੀ। ਜਿਹੜੀਆਂ ਪੈਨਸ਼ਨ ਹੈ ਫੈਡਰਲ ਸਰਕਾਰ ਦੇ ਅਧੀਨ ਹੈ ਅਤੇ ਉਹ ਹੁਣ ਸੂਬੇ ਦੇ ਅਧੀਨ ਲੈਣਾ ਚਾਹੁੰਦੇ ਨੇ। ਇਸ ਦੇ ਵਿੱਚ ਇਹਨਾਂ ਦਾ ਕੀ ਇੰਟਰਸਟ ਹੈ? ਦੇਖੋ ਇੰਟਰਸਟ, ਪਹਿਲੀ ਤਾਂ ਗੱਲ ਹੈਗੀ ਹੈ ਜਿਹੜੀ CPP ਹੈਗੀ, ਇਹਦੇ ਵਿੱਚੋਂ ਤਕਰੀਬਨ ਇੱਕ ਹੀ ਸਾਰੇ ਦੇਸ਼ ਦੇ ਵਿੱਚੋਂ ਸੂਬਾ ਇਹੋ ਜਾਏਗਾ ਵੀ ਜਿਨ੍ਹਾਂ ਦੀ ਕਿਊਬੈਕ। ਆਪਣੀ ਹੈਗੀ। ਉਹ ਜਦੋਂ ਤੋਂ ਪੈਨਸ਼ਨ ਫੰਡ ਸ਼ੁਰੂ ਹੋਇਆ 1964-65 ਤੋਂ, ਉਦੋਂ ਹੀ ਕੁਬੈਕ ਵਾਲੇ ਅਲੱਗ ਹੋ ਗਏ ਸੀ। ਹੂੰ, ਪਰ ਬਾਕੀ ਜਿਹੜਾ ਸਾਰਾ ਦੇਸ਼ ਹੈਗਾ ਇੱਕ ਸਕੀਮ ਦੇ, ਇੱਕ ਕੈਨੇਡਾ ਪੈਨਸ਼ਨ ਪਲਾਨ ਦੇ ਅਧੀਨ ਆਉਂਦਾ। ਇਹਨੂੰ ਅਲੱਗ ਕਰਕੇ ਸਗੋਂ ਆਪਣੇ ਲਈ ਪ੍ਰੋਬਲਮਾਂ ਖੜੀਆਂ ਕਰਨੀਆਂ, ਕਿਉਂਕਿ ਅਗਰ CPP ਜਿਹੜੀ ਹੈਗੀ ਉਹਦੇ ਵਿੱਚ ਜੀ, ਅਸੀਂ ਅਲੱਗ ਕਰ ਲੈਂਦੇ ਹੈਗੇ, ਸਾਡਾ ਪੈਸਾ ਕਿਤੇ ਉਹ ਇਨਵੈਸਟਮੈਂਟਾਂ ਘੱਟ ਹੋ ਜਾਂਦੀਆਂ, ਪੈਸੇ ਦੀ ਕਮੀ ਆ ਜਾਂਦੀ ਹੈ, ਤਾਂ ਫਿਰ ਫੈਡਰਲ ਗਵਰਨਮੈਂਟ ਨੇ ਸਾਡਾ ਫੰਡ ਪੂਰਾ ਕਰ ਨਹੀਂ ਆਉਣਾ ਹੈ। ਇਸ ਕਰਕੇ ਜੀ, ਉਹਦੇ ਵਿੱਚ ਪ੍ਰੋਬਲਮ ਕੀ ਹੈਗੀ ਵੀ ਇਹ ਕਹਿੰਦੇ ਜ਼ਰੂਰ ਹੈਗੇ, ਪਰ ਇਹ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਗੱਲ ਦੀ ਐਡੀ ਕੋਈ ਵਜ਼ਨਦਾਰ ਗੱਲ ਨਹੀਂ ਹੈਗੀ। ਜੀ, ਇਹ ਜੀ। ਸਿਰਫ ਫੈਡਰਲ ਗਵਰਨਮੈਂਟ ਦੇ ਉੱਤੇ ਦਬਾਅ ਪਾਉਣ ਦਾ ਤਰੀਕਾ ਹੈ। ਸੋ ਹੁਣ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਅਗਲੇ ਸੈਗਮੈਂਟ ਵਿੱਚ ਨਵੇਂ ਟੌਪਿਕਸ ਦੇ ਨਾਲ ਵਿਚਾਰ ਚਰਚਾ ਦੇ ਲਈ। ਗੱਲਬਾਤ ਚੱਲ ਰਹੀ ਹੈ ਹਰਨੇਕ ਮਠਾੜੂ ਦੇ ਨਾਲ। ਹਰਨੇਕ ਜੀ, ਹੁਣ ਅਗਲੇ ਟੌਪਿਕ ਨੂੰ ਲੈ ਕੇ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। ਇਸ ਵੇਲੇ ਇੱਕ ਹੋਰ ਮਾਮਲਾ ਜੋ ਗਰਮਾਇਆ ਹੋਇਆ ਹੈ ਅਤੇ ਜਿਸ ਦੇ ਵਿੱਚ
ਕੈਨੇਡਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਹੈ UN ਸਿਕਿਉਰਿਟੀ ਕਾਉਂਸਲ ਦਾ। ਇਸ ਦੇ ਵਿੱਚ ਉਮੀਦ ਸੀ ਇਸ ਵਾਰ ਜਸਟਿਨ ਟਰੂਡੋ ਨੂੰ ਕਿ ਕੈਨੇਡਾ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਸੀਟ ਹਾਸਲ ਕਰ ਲਏਗਾ, ਪਰ ਸਫਲਤਾ ਉਹਨਾਂ ਦੇ ਪੱਲੇ ਨਹੀਂ ਪਈ। ਹਾਲਾਂਕਿ ਇਸ ਤੋਂ ਪਹਿਲਾਂ ਹਾਰਪਰ ਸਰਕਾਰ ਵੇਲੇ ਵੀ ਇਹਨਾਂ ਨੂੰ ਸੀਟ ਨਹੀਂ ਸੀ ਮਿਲੀ। ਜਦੋਂ ਪਿਛਲੀ ਵਾਰੀ ਟਰੂਡੋ ਨਹੀਂ ਪ੍ਰਾਈਮ ਮਿਨਿਸਟਰ ਬਣੇ ਸਨ ਉਦੋਂ ਵੀ ਟਰਾਈ ਕੀਤਾ ਸੀ, ਉਦੋਂ ਨਹੀਂ ਸੀ ਇਹ ਮੌਕਾ ਹੱਥ ਆਇਆ, ਅਤੇ ਇਸ ਵਾਰੀ ਫੇਰ ਇਹਨਾਂ ਨੂੰ ਸਫਲਤਾ ਨਹੀਂ ਮਿਲੀ। ਪਰ ਹੁਣ ਆਪਾਂ ਥੋੜ੍ਹਾ ਪਿੱਛੇ ਚੱਲਦੇ ਹਾਂ। ਮੇਰਾ ਸਵਾਲ ਇਹ ਹੈ ਕਿ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਹੈ ਜਿਹੜੀ ਇਹ ਹੈ ਕੀ ਹੈ, ਅਤੇ ਅਗਰ ਸੀਟ ਹਾਸਲ ਹੁੰਦੀ ਹੈ ਕੈਨੇਡਾ ਨੂੰ ਅਤੇ ਉਸ ਦਾ ਕੀ ਫਾਇਦਾ ਹੈ? ਸੋਤਾ ਸਾਹਿਬ ਇੱਦਾਂ ਹੈ ਜੀ ਵੀ ਤੁਹਾਡੇ ਯਾਦ ਹੋਣਾ ਹੈਗਾ ਵੀ ਜਿਹੜੀ ਆਪਣੀ ਸੈਕੰਡ ਵਰਲਡ ਵਾਰ ਹੋਈ ਸੀ 1939 ਤੋਂ ਲੈ ਕੇ 1945 ਤੱਕ, ਉਹਦੇ ਵਿੱਚ ਆਪਣੇ 70 ਮਿਲੀਅਨ ਦੇ ਕਰੀਬ ਲੋਕ ਮਰੇ ਸੀ। ਦੇਸ਼ਾਂ ਦੀ ਬਹੁਤ ਤਬਾਹੀ ਹੋਈ ਸੀ, ਦੁਨੀਆ ਵਿੱਚ ਬਹੁਤ ਅਤਿਆਚਾਰ ਹੋਇਆ ਸੀ। ਤਾਂ 70 ਮਿਲੀਅਨ ਬੰਦਿਆਂ ਦੀ ਮੌਤਾਂ, ਤੇ ਉਸ ਤੋਂ ਪਹਿਲਾਂ 1914 ਤੋਂ ਲੈ ਕੇ 17 ਤੱਕ ਫਸਟ ਵਰਲਡ ਵਾਰ ਹੋਈ ਸੀ। ਤੇ ਫਿਰ 1914 ਵਾਲੀ ਵਰਲਡ ਵਾਰ ਤੋਂ ਬਾਅਦ ਇੱਕ ਲੀਗ ਆਫ ਨੇਸ਼ਨਸ ਬਣੀ ਸੀ ਵੀ ਤਾਂ ਕਿ ਅੱਗੇ ਨੂੰ ਕੋਈ ਲੜਾਈ ਨਾ ਹੋਵੇ। ਪਰ ਉਹ 1939 ਦੇ ਵਿੱਚ ਫਿਰ ਹਾਲਾਤ ਇਹੋ ਜਿਹੇ ਬਣ ਗਏ, ਫਿਰ ਵਰਲਡ ਵਾਰ ਸ਼ੁਰੂ ਹੋ ਗਈ। ਤੇ ਫਿਰ 1945 ਦੇ ਵਿੱਚ ਜਦੋਂ ਇਹ ਆਪਣੀ ਵਰਲਡ ਵਾਰ ਖਤਮ ਹੋਈ ਹੈਗੀ, ਤਾਂ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਕੀਤਾ ਸੀ ਦੇਸ਼ਾਂ ਨੇ ਰਲ ਕੇ ਵੀ ਸਾਨੂੰ ਇੱਕ ਇਹੀ ਜਿਹੀ ਸੰਸਥਾ ਬਣਾਉਣੀ ਚਾਹੀਦੀ ਹੈਗੀ ਜਿਸ ਸੰਸਥਾ ਦੇ ਵਿੱਚ ਇੰਨੇ ਅਧਿਕਾਰ ਵੀ ਹੋਣ ਵੀ ਜਿਹੜਾ ਅੱਗੇ ਤੋਂ ਕੋਈ ਇੱਦਾਂ ਦੀ ਦੁਨੀਆ ਦੀ ਮਾਰੂ ਜੰਗ ਨਾ ਸ਼ੁਰੂ ਹੋ ਸਕੇ, ਦੁਨੀਆ ਨੂੰ ਪੀਸ ਤੇ ਕੁਆਇਟ ਤੇ ਸਿਕਿਉਰ ਰੱਖ ਸਕਣ। ਉਦੋਂ ਫਿਰ ਇਹ ਆਪਣੀ UN ਵਾਲਿਆਂ ਨੇ ਆਪਣਾ ਇੱਕ ਮਹਿਕਮਾ ਬਣਾਇਆ ਸੀ ਜਿਹਨੂੰ ਕਹਿੰਦੇ ਹੈਗੇ ਸਿਕਿਉਰਿਟੀ ਕਾਉਂਸਲ। ਇਹ ਸਿਕਿਉਰਿਟੀ ਕਾਉਂਸਲ ਦੀ ਜ਼ਿੰਮੇਵਾਰੀ ਇਹੀ ਹੈ ਵੀ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਮੇਨਟੇਨ ਕਰਨ ਦੇ ਲਈ ਜੋ ਵੀ ਇਹਨਾਂ ਨੂੰ ਕਦਮ ਚੁੱਕਣੇ ਚਾਹੀਦੇ ਹੈਗੇ ਉਹ ਆਪਣਾ ਇਹ ਜਿਹੜੀ ਹੈਗੀ ਸਿਕਿਉਰਿਟੀ ਕਾਉਂਸਲ ਹੈ ਇਹ ਚੁੱਕੇਗੀ। ਇਹਦੇ ਵਿੱਚ 5 ਪਰਮਾਨੈਂਟ ਮੈਂਬਰ ਹੈ ਤੇ 10 ਇਹਨਾਂ ਦੇ ਨਾਨ ਪਰਮਾਨੈਂਟ ਮੈਂਬਰ ਹੈ। ਜਿਹੜੇ 5 ਪਰਮਾਨੈਂਟ ਮੈਂਬਰ ਹੈ ਇਹ ਉਹ ਪਰਮਾਨੈਂਟ ਦੇਸ਼ ਹੈਗੇ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਜਰਮਨੀ ਨੂੰ ਹਰਾਉਣ ਦੇ ਲਈ, ਜਾਪਾਨ ਨੂੰ ਹਰਾਉਣ ਦੇ ਲਈ ਵੱਡਾ ਯੋਗਦਾਨ ਪਾਇਆ ਸੀ, ਜਿਹੜੇ ਜੇਤੂ ਦੇਸ਼ ਗਿਣੇ ਜਾਂਦੇ ਆ। ਉਹਨਾਂ ਵਿੱਚ ਚਾਈਨਾ ਆ ਜਾਂਦਾ, ਉਹਨਾਂ ਵਿੱਚ ਅਮਰੀਕਾ ਆ ਜਾਂਦਾ, ਉਹਨਾਂ ਵਿੱਚ ਇੰਗਲੈਂਡ ਆ ਜਾਂਦਾ, ਉਹਨਾਂ ਵਿੱਚ ਰਸ਼ੀਆ ਆ ਜਾਂਦਾ, ਉਹਨਾਂ ਵਿੱਚ ਫਰਾਂਸ ਆ ਜਾਂਦਾ। ਉਹਨਾਂ 5 ਦੇਸ਼ਾਂ ਤੋਂ ਇਲਾਵਾ 10 ਦੇਸ਼ ਇਹ ਜਿਹੇ ਜਿਹਨਾਂ ਨੂੰ ਕਹਿੰਦੇ ਨਾਨ ਪਰਮਾਨੈਂਟ ਮੈਂਬਰਸ, ਤਾਂ ਉਹ ਆਪਣੇ ਹਰ 2-2 ਸਾਲ ਲਈ ਆਉਂਦੇ ਹੈਗੇ। ਉਹ 2-2 ਸਾਲ ਲਈ ਉਹ ਆਪਣੇ ਦੁਨੀਆ ਦੇ ਅਲੱਗ-ਅਲੱਗ ਰੀਜਨਾਂ ਤੋਂ ਲਏ ਜਾਂਦੇ ਹੈਗੇ। ਉਹਨਾਂ ਨੇ ਹਿਸਾਬ ਕਿਤਾਬ ਕੱਢਿਆ ਵੀ ਕਿੰਨੇ ਕੁ ਸਾਨੂੰ ਬੰਦੇ ਚਾਹੀਦੇ ਹੈਗੇ ਉਹਦੇ ਆਧਾਰ ਦੇ ਉੱਤੇ। ਤੇ ਇਸ ਵਾਰੀ ਜਿਹੜੇ ਉਹ ਨਾਨ ਪਰਮਾਨੈਂਟ ਮੈਂਬਰਾਂ ਦੀ ਉਹਨਾਂ ਦੀ ਵੋਟਿੰਗ ਹੋਣੀ ਸੀ, ਤਾਂ 3 ਦੇਸ਼ਾਂ ਦਾ ਚੱਲਦਾ ਸੀ ਕੰਪੀਟੀਸ਼ਨ। ਇੱਕ ਤਾਂ ਸੀ ਉਹਦੇ ਵਿੱਚ ਨਾਰਵੇ, ਇੱਕ ਆਇਰਲੈਂਡ ਤੇ ਇੱਕ ਸੀ ਆਪਣਾ ਕੈਨੇਡਾ। ਤਾਂ ਕੈਨੇਡਾ ਨੇ ਵੀ ਤੇ ਏਦਾਂ ਕੈਨੇਡਾ, ਨਾਰਵੇ, ਆਇਰਲੈਂਡ ਤਿੰਨੇ ਹੀ ਦੇਸ਼ਾਂ ਨੇ ਕਾਫੀ ਜ਼ੋਰ ਲਾਇਆ ਸੀ, ਕਾਫੀ ਆਪਣਾ ਉਹ ਸਾਰੀਆਂ ਜਿਹੜੀਆਂ 192 ਮੈਂਬਰ ਸਟੇਟ ਹੈਗੀਆਂ ਉਹਨਾਂ ਤੱਕ ਪਹੁੰਚ ਕਰਨ ਨੂੰ, ਉਹਨਾਂ ਤੱਕ ਰਿਕੁਐਸਟ ਕਰਨ ਨੂੰ ਵੀ ਤੁਸੀਂ ਵੋਟਾਂ ਪਾਓ ਵੀ ਤਾਂ ਕਿ ਅਸੀਂ ਜਿੱਤ ਸਕੀਏ। ਦੇਖੋ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਜ਼ੋਰ ਲਾਇਆ, ਪਾਰਟੀਆਂ ਕਰੀਆਂ, ਦਾਵਤਾਂ ਦੇ ਬੁਲਾਏ ਲੀਡਰ, ਹੋਰ ਵੀ ਕਈ ਕੁਛ ਕਰਿਆ ਹੈਗਾ, ਪਰ ਉਹਨਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ ਇਹ ਉਹ ਦੇਸ਼ ਜਾਣਦੇ। ਅਖੀਰੀ ਵੋਟ ਜਿਹੜੀ ਹੋਈ ਆ ਉਹ ਕਿੱਦਾਂ ਨਿਕਲੀ ਹੈ? 130 ਮੈਂਬਰ ਵੋਟਾਂ ਪਈਆਂ ਹੈਗੀਆਂ ਨਾਰਵੇ ਨੂੰ, 128 ਪਈਆਂ ਹੈਗੀਆਂ ਆਇਰਲੈਂਡ ਨੂੰ, ਤੇ 108 ਵੋਟ ਪਈ ਹੈ ਕੈਨੇਡਾ ਨੂੰ। ਕੈਨੇਡਾ ਇਤਕੀ ਫਿਰ ਪਿੱਛੇ ਰਹਿ ਗਿਆ। 2010 ਦੇ ਵਿੱਚ ਵੀ ਵੋਟ ਪਈ ਸੀ, ਉਦੋਂ ਪਿੱਛੇ ਰਹਿ ਗਿਆ ਸੀ। ਇਹ ਹੁਣ ਗੌਰਮੈਂਟਾਂ ਸੋਚਣਗੀਆਂ, ਕੈਨੇਡਾ ਦੀ ਗੌਰਮੈਂਟ ਸੋਚੇਗੀ ਵੀ ਕਿਉਂ ਹੋਇਆ ਇਹ, ਕਿਉਂ ਨਹੀਂ ਅਸੀਂ ਜਿੱਤ ਸਕੇ। ਪਰ ਦਿਲਚਸਪ ਗੱਲ ਇਹ ਹੈ ਇਸ ਦੇ ਨਾਲ ਹੀ, ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਭਾਰਤ ਨੇ ਇਸ ਦੇ ਵਿੱਚ ਸੀਟ ਹਾਸਲ ਕਰ ਲਈ ਹੈ। ਹਾਂਜੀ, ਭਾਰਤ ਆਪਣਾ ਉਧਰ ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰਦਾ ਹੈ ਨਾ, ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰਦਾ ਹੈਗਾ। ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ, ਆਬਾਦੀ ਬਹੁਤ ਜ਼ਿਆਦਾ ਹੈਗੀ, ਅਤੇ ਮਤਲਬ ਉਹਦੇ ਵਿੱਚ ਕਾਫੀ ਇਨਫਲੂਐਂਸ ਵੀ ਹੈ। ਤੇ ਉਸ ਰੀਜਨ ਦੇ ਵਿੱਚੋਂ ਜਿਸ ਰੀਜਨ ਨੂੰ ਭਾਰਤ ਰਿਪਰੈਜ਼ੈਂਟ ਕਰਦਾ ਨੈਚੁਰਲੀ ਹੈਗਾ, ਉਹਨਾਂ ਦੀ ਤਾਂ ਵੋਟ ਵੀ ਨਹੀਂ ਕੋਈ ਪਈ, ਉਹਨਾਂ ਨੂੰ ਏਦਾਂ ਹੀ ਮੰਨ ਲਿਆ ਗਿਆ, ਏਦਾਂ ਹੀ ਜਿੱਤ ਗਏ ਉਹ। ਐਸੇ ਤਰ੍ਹਾਂ ਬ੍ਰਾਜ਼ੀਲ ਹੈ, ਬ੍ਰਾਜ਼ੀਲ ਵੀ ਏਦਾਂ ਹੀ ਜਿੱਤਿਆ ਹੈਗਾ, ਉਹਨਾਂ ਨੂੰ ਵੀ ਕਿਸੇ ਨੇ ਅਪੋਜ਼ ਨਹੀਂ ਕੀਤਾ। ਹੁਣ ਜਾਂਦੇ ਜਾਂਦੇ ਆਪਾਂ ਟਰੇਸਿੰਗ ਐਪ ਦੀ ਗੱਲ ਕਰਦੇ ਹਾਂ। ਅਗਲੇ ਮਹੀਨੇ ਤੋਂ ਕੈਨੇਡਾ ਦੇ ਵਿੱਚ ਜਿਹੜੀ ਨੈਸ਼ਨਲ ਕੰਟੈਕਟ ਟਰੇਸਿੰਗ ਐਪ ਹੈ ਉਹ ਸ਼ੁਰੂ ਹੋ ਰਹੀ ਹੈ। ਇਹ ਦੱਸੋ ਵੀ ਇਹ ਕਿਵੇਂ ਕੰਮ ਕਰੇਗੀ ਸੰਖੇਪ ਦੇ ਵਿੱਚ? ਸੋਤਾ ਸਾਹਿਬ ਇੱਦਾਂ ਹੈ ਜੀ ਵੀ ਇਹ ਮੈਂ ਆਪਣੀ ਐਪ ਅਲਬਰਟਾ ਦੀ ਐਪ ਆਪਣੇ ਕੋਲ ਲਾਈ ਹੋਈ ਹੈ। ਇਹਦਾ ਫੰਕਸ਼ਨ ਕੀ ਹੈ? ਹੁਣ ਜਿਸ ਤੋਂ ਦੇਖੋ ਜਿੱਦਾਂ ਇਕੋਨਮੀਆਂ ਖੁੱਲਣ ਲੱਗ ਗਈਆਂ, ਹੁਣ ਕੈਨੇਡਾ ਦੀ ਇਕੋਨਮੀ ਵੀ ਖੋਲ ਦੇਣੀ ਕੈਨੇਡਾ ਦੇ ਵਿੱਚ ਵੀ, ਤਾਂ ਕਿ ਲੋਕ ਇੱਕ ਦੂਜੇ ਸ਼ਹਿਰ ਤੋਂ ਦੂਜੇ ਪਾਸੇ ਜਾਣ ਆਉਣ ਸ਼ੁਰੂ ਹੋਏ, ਕਾਰੋਬਾਰ ਚੱਲਣੇ ਸ਼ੁਰੂ ਹੋਣ। ਉਹ ਚੀਜ਼ ਨੂੰ ਫਿਰ ਹਾਲੇ ਆਪਣੇ ਕੋਲ ਕਰੋਨਾ ਵਾਇਰਸ ਦੀ ਵੈਕਸੀਨ ਤਾਂ ਨਹੀਂ, ਦਵਾਈ ਤਾਂ ਲੱਭੀ ਨਹੀਂ, ਫਿਰ ਉਹਨੂੰ ਆਪਾਂ ਕੰਟਰੋਲ ਇਹ ਕਰ ਸਕਦੇ, ਪ੍ਰੀਵੈਂਟ ਕਰ ਸਕਦੇ ਹੈਗੇ। ਤਾਂ ਲੋਕਾਂ ਨੇ ਜਦੋਂ ਘੁੰਮਣਾ ਫਿਰਨਾ ਹੋਣਾ, ਇਹ ਐਪ ਦਾ ਕੀ ਮਤਲਬ ਹੈ ਵੀ ਤੁਹਾਡੇ ਸੈੱਲ ਫੋਨਾਂ ਦੇ ਵਿੱਚ ਇਹ ਐਪ ਲੱਗ ਜਾਏਗੀ, ਜਿਸ ਤਰ੍ਹਾਂ ਬਾਕੀ ਐਪਾਂ ਜਿਹਦੇ ਕੋਲ ਸੈੱਲ ਫੋਨ ਹੁੰਦਾ ਉਹਨੂੰ ਪਤਾ ਵੀ ਐਪ ਕੀ ਹੈ।
ਇਹ ਐਪ ਕੀ ਹੈਗੀ ਵੀ ਜਦੋਂ ਤੁਸੀਂ ਸੈੱਲ ਫੋਨ ਦੇ ਵਿੱਚ ਐਪ ਔਨ ਕੀਤੀ ਹੋਈ ਹੈ, ਬਲੂਟੂਥ ਦੇ ਨਾਲ ਇਹ ਕੰਮ ਕਰਦੀ ਹੈ, ਬਲੂਟੂਥ ਔਨ ਹੈ, ਫਿਰ ਜਿੱਥੇ ਵੀ ਤੁਸੀਂ ਜਾਓਗੇ ਤਾਂ ਲੋਕਾਂ ਦੇ ਕੋਲ ਜਿਹਦੇ ਕੋਲ ਵੀ ਉਹ ਫੋਨ ਦੇ ਵਿੱਚ ਐਪ ਭਰੀ ਹੋਈ ਹੈ, ਉਹ ਐਪ ਤੋਂ ਪਤਾ ਲੱਗ ਜਾਣਾ, ਇੱਕ ਦੂਜੀ ਐਪ ਨੂੰ ਆਟੋਮੈਟਿਕ ਉਹਨਾਂ ਨੇ ਪਿਕ ਕਰ ਲੈਣਾ ਵੀ ਇਹ ਬੰਦਾ ਕਿੱਥੋਂ ਦੀ ਲੰਘਿਆ, ਕਿਹੜੇ-ਕਿਹੜੇ ਬੰਦੇ ਇਹਦੇ ਕੰਟੈਕਟ ਦੇ ਵਿੱਚ ਆਏ ਆ, ਮਤਲਬ 6 ਫੁੱਟ ਤੋਂ ਨੇੜੇ ਆਏ ਆ। ਫਿਰ ਉਹਦੇ ਵਿੱਚ ਕੀ ਹੈ, ਉਹ ਐਪ ਨੇ ਆਪਣੇ ਕੋਲ ਰਿਕਾਰਡ ਕਰੀ ਜਾਣਾ। ਅਗਰ ਕਹਿ ਲਓ ਵੀ ਕਿਸੇ ਬੰਦੇ ਨੂੰ ਉਹ ਬਿਮਾਰੀ ਹੋ ਗਈ, ਤਾਂ ਉਹ 15 ਦਿਨ ਬਾਅਦ ਪਤਾ ਲੱਗਿਆ ਵੀ ਇਹਨੂੰ ਸਿੰਪਟਮ ਹੈ, ਇਹਦੇ ਵਿੱਚ ਇਹ ਟੈਸਟ ਦੇ ਵਿੱਚ ਰਿਜ਼ਲਟ ਆਇਆ ਵੀ ਇਹਨੂੰ COVID-19 ਹੋਇਆ, ਤਾਂ ਉਹ ਫਿਰ ਜਦੋਂ ਉਹਦੇ ਫੋਨ ਦੇ ਵਿੱਚੋਂ ਚੈੱਕ ਕਰਨਗੇ ਵੀ ਇਹ ਜਿਹੜੀ ਐਪ ਦੇ ਵਿੱਚ ਕਿਹੜੇ-ਕਿਹੜੇ ਬੰਦਿਆਂ ਦੇ ਕੰਟੈਕਟ ਵਿੱਚ ਆਇਆ, ਕਿਹਨਾਂ-ਕਿਹਨਾਂ ਦੇ ਕੋਲ ਦੀ ਲੰਘਿਆ ਇਹ ਬੰਦਾ 6 ਫੁੱਟ ਦੇ ਅੰਦਰ, ਉਹ ਸਾਰੇ ਹੀ ਉਹਦੇ ਫੋਨ ਦੇ ਵਿੱਚੋਂ ਨਾਮ ਆ ਜਾਣਗੇ, ਸਾਰੇ ਕੰਟੈਕਟ ਆ ਜਾਣਗੇ। ਉਹ ਫਿਰ ਆਪਣੀ ਡਾਕਟਰ ਦੇ ਸਲਾਹ ਨਾਲ ਉਹਨਾਂ ਬਾਕੀ ਸਾਰੇ ਬੰਦਿਆਂ ਨੂੰ ਵੀ ਇਨਫੋਰਮ ਕਰ ਸਕਦੇ ਆ ਵੀ ਤੁਹਾਨੂੰ ਵੀ ਚਾਂਸ ਹੈ ਵੀ ਇਹ ਕਰੋਨਾ ਵਾਇਰਸ ਹੋ ਸਕਦਾ ਹੈਗਾ। ਇਸ ਕਰਕੇ ਇਹ ਐਪ ਲਾਉਣੀ ਜ਼ਰੂਰੀ ਕਰ ਰਹੇ ਵੀ ਤਾਂ ਕਿ ਥਰੂ ਆਊਟ ਕੈਨੇਡਾ ਦੇ ਵਿੱਚ ਇੱਕੋ ਹੀ ਐਪ ਹੈ ਤਾਂ ਕਿ ਇਸ ਚੀਜ਼ ਨੂੰ ਕੰਟਰੋਲ ਕਰਿਆ ਜਾ ਸਕੇ ਜਿੱਥੇ ਵੀ ਕਿਤੇ ਵੀ ਬਿਮਾਰੀ। ਜੀ ਜੀ ਹਰਨੇਕ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸ਼ਾਮਲ ਹੋਣ ਲਈ ਸਰ। ਥੈਂਕ ਯੂ ਸੋਤਾ ਸਾਹਿਬ, ਥੈਂਕ ਯੂ ਸੋ ਮਚ। ਸੋ ਇਹ ਸਨ ਹਰਨੇਕ ਮਠਾੜੂ ਜੀ, ਜੋ ਵੱਖੋ-ਵੱਖ ਟੌਪਿਕਸ ਨੂੰ ਲੈ ਕੇ ਸਾਡੇ ਨਾਲ ਵਿਚਾਰ ਚਰਚਾ ਕਰ ਰਹੇ ਸੀ। ਸੋ ਦੋਸਤੋ, ਇਸ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਇਸ ਪ੍ਰੋਗਰਾਮ 'ਚ ਇਸ ਸਮੇਂ ਫੇਰ ਹੋਵੇਗੀ ਮੁਲਾਕਾਤ।